ਜਿਹੜੇ ਮੇਰੇ ਸ਼ਾਇਰਾਂ ਨੇ ਬਾਕਾਇਦਾ ਨਾਂ ਕੱਢਿਆ ਔਰ ਬਹੁਤ ਅੱਛੀ ਗਜ਼ਲ ਕਹਿ ਰਹੇ ਨੇ, ਉਹਨਾਂ ਦੇ ਵਿੱਚ ਰਜ਼ਾ ਹਸਨ ਬਹੁਤ ਆਲਾ ਸ਼ਾਇਰ ਹੈ। ਕਿੰਗ ਇਜ਼ ਡੈਡ, ਲੌਂਗ ਲਿਵ ਦਾ ਕਿੰਗ। ਪੰਜਾਬੀ ਗਜ਼ਲ ਦਾ ਬਾਦਸ਼ਾਹ ਫੌਤ ਜ਼ਰੂਰ ਹੋ ਗਿਆ ਵੇ, ਲੇਕਿਨ ਉਹ ਹਮੇਸ਼ਾ ਵਾਸਤੇ ਹੀ ਜ਼ਿੰਦਾ ਰਹੇਗਾ। 40 ਸਾਲ ਦੀ ਉਹਨਾਂ ਦੇ ਨਾਲ ਸੰਗਤ ਸੀ। ਲਮਾ ਬਲਮਾ ਉਹਨਾਂ ਦੀਆਂ ਉਹ ਯਾਦਾਂ ਯਾਦ ਆਉਂਦੀਆਂ ਨੇ ਜਦੋਂ ਉਹ ਰੂਸ ਤਾਂਦੀਆਂ ਨੇ। ਤਜਮੁਲ ਕਲੀਮ ਉਹ ਪੰਜਾਬੀ ਗਜ਼ਲ ਦਾ ਬੇਤਾਜ ਬਾਦਸ਼ਾਹ। ਇਹ ਉਹ ਸ਼ਾਇਰ ਹੈ ਜਿੰਦੇ ਵਰਗਾ ਦਲੇਰ ਸ਼ਾਇਰ ਮੈਂ ਰੂਵੇ ਜ਼ਮੀਨ ਤੇ ਨਹੀਂ ਦੇਖਿਆ। ਉਹਨਾਂ ਨੂੰ ਕਿਸੇ ਇੱਕ ਲਮੇ ਵੀ ਮੈਂ ਗੈਰ ਸੰਜੀਦਾ ਨਹੀਂ ਦੇਖਿਆ। ਉਹਨਾਂ ਨੇ ਨਾ ਕਿਸੇ ਨੂੰ ਡੰਡੀ ਮਾਰਨ ਦਿੱਤੀ ਹੈ ਤੇ ਨਾ ਆਪ ਡੰਡੀ ਮਾਰੀ। ਮਰਨ ਤੋਂ ਡਰਦੇ ਹੋ ਬਾਦਸ਼ਾਹੋ, ਕਮਾਲ ਕਰਦੇ ਹੋ ਬਾਦਸ਼ਾਹੋ। ਕਿਸੇ ਨੂੰ ਮਾਰਨ ਦਾ ਸੋਚਦੇ ਹੋ, ਕਿਸੇ ਤੇ ਮਰਦੇ ਹੋ ਬਾਦਸ਼ਾਹੋ। ਕਿਆ ਬਾਤ ਹੈ ਜਨਾਬ, ਕਿਆ ਬਾਤ। ਉਹਨਾਂ ਦੇ ਕੋਲ ਇੰਨਾ ਇਲਮ ਸੀ ਕਿ ਉਹ ਸਾਰੀ ਜ਼ਿੰਦਗੀ ਵੰਡਦੇ ਰਹੇ ਨੇ। ਉਹਨਾਂ ਦੇ ਨਜ਼ਦੀਕ ਦੋ ਹੀ ਰੰਗ ਨੇ, ਇੱਕ ਕਾਲਾ ਇੱਕ ਸਫੇਦ। ਜਾਂ ਕੋਈ ਚੀਜ਼ ਹੈ ਜਾਂ ਨਹੀਂ ਹੈ। ਕਿ ਮੀਤਿਆ ਤਖਤਾ ਤੇ ਮੇਰੇ ਤਖਤ ਪੈਰੀ ਪੈ ਗਿਆ, ਸਿਰ ਜ਼ਰਾ ਚਾਇਆ ਤੇ ਆ ਕੇ ਬਖਤ ਪੈਰੀ ਪੈ ਗਿਆ। ਜ਼ਬਰਦਸਤ। ਹੋ ਸਕਦਾ ਏ, ਹੋ ਨਹੀਂ ਸਕਦਾ। ਇੱਕ ਥਾਂ ਚੰਨ ਖਲੋ ਨਹੀਂ ਸਕਦਾ ਤੇ ਆਪ ਨਾ ਭਾਰਾ ਪੈਂਦਾ ਹੋਵਾਂ, ਪਾਣੀ ਕੱਖ ਡਬੋ ਨਹੀਂ ਸਕਦਾ। ਇਹ ਜਦੋਂ ਮੈਂ ਬਾਬਾ ਜੀ ਨੂੰ ਸੁਣਾਇਆ ਤੇ ਉਹਨਾਂ ਨੇ ਕਿਹਾ ਵੀ ਸ਼ੇਰ ਐਸਾ ਹੋਣਾ ਚਾਹੀਦਾ ਜਿਹੜਾ ਅਗਲੇ ਬੰਦੇ ਨੂੰ ਡਾਂਗ ਤਰ੍ਹਾਂ ਬਚੇ। ਕਿਆ ਬਾਤ ਹੈ ਜਨਾਬ, ਕਿਆ ਬਾਤ। ਸ਼ਿਵ ਕੁਮਾਰ ਬਟਾਲਵੀ ਹੋਰਾਂ ਦੇ ਹਵਾਲੇ ਨਾਲ ਇੱਕ ਵਾਰੀ ਤਜਮੁਲ ਕਲੀਮ ਸਾਹਿਬ ਦੇ ਨਾਲ ਗੱਲ ਹੁੰਦੀ ਪਈ ਸੀ ਤੇ ਉਹਨਾਂ ਨੇ ਇਹ ਗੱਲ ਕੀਤੀ ਕਿ ਅਗਰ ਮੈਂ ਉਹਦੇ ਦੌਰ ਵਿੱਚ ਹੁੰਦਾ ਜਾਂ ਉਹ ਮੇਰੇ ਦੌਰ ਵਿੱਚ ਹੁੰਦਾ ਤੇ ਉਹ ਮੇਰਾ ਬੜਾ ਹੀ ਬੇਲੀ ਹੋਣਾ ਸੀ। ਦੁਨੀਆ ਤੇ ਬੜੀ ਬਲ ਬਲ ਸੀ ਕਲੀਮ ਦੀ, ਚੜੀ ਅਸਮਾਨਾਂ ਉੱਤੇ ਵੱਲ ਸੀ ਕਲੀਮ ਦੀ। ਤੇ ਹੀਰ ਜਈਆਂ ਗਜ਼ਲਾਂ ਜ਼ਮੀਨ ਵਿੱਚੋਂ ਫੁੱਟੀਆਂ, ਬੋਏ ਸੀ ਪੰਜਾਬ ਦੀ ਤੇ ਹੱਲ ਸੀ ਕਲੀਮ ਦੀ। ਬਿਸਮਿल्लाहिर्रहमानिर्रहीम। ਦੋਸਤੋ, ਮੈਂ ਹਾਂ ਸਈਦ ਇਜਾਜ਼ ਗਿਲਾਨੀ। ਉਰਦੂ ਕੈਨੇਡਾ ਅਫੀਸ਼ੀਅਲ ਸਾਡਾ YouTube ਚੈਨਲ ਹੈ। ਅਸੀਂ ਤੁਹਾਡੇ ਨਾਲ ਪੰਜਾਬੀ 'ਚ ਗੱਲਬਾਤ ਕਰ ਰਹੇ ਹਾਂ ਤੇ ਸਾਡਾ ਖਾਸ ਮੌਜੂ ਜਿਹੜਾ ਹੁੰਦਾ ਹੈ ਉਹ ਉਸਤਾਦ ਤਜਮੁਲ ਕਲੀਮ ਦੀ ਜਿਹੜੀ ਫਿਕਰ ਹੈ, ਉਹਨਾਂ ਦਾ ਜਿਹੜਾ ਕਲਾਮ ਹੈ, ਉਹਨਾਂ ਦਾ ਜਿਹੜਾ ਕੰਮ ਹੈ ਜਾਂ ਪੰਜਾਬੀ ਦੀ ਜਿਹੜੀ ਖਿਦਮਤ ਹੈ ਉਹਨੂੰ ਅਸੀਂ ਸਾਹਮਣੇ ਲਿਆਈਏ। ਕਿਉਂਕਿ ਬਹੁਤ ਸਾਰੇ ਲੋਕਾਂ ਦਾ ਉਹਨਾਂ ਨਾਲ ਤਲਕ ਰਿਹਾ ਹੈ ਔਰ ਉਹਨਾਂ ਦੇ ਬਹੁਤ ਸਾਰੇ ਸ਼ਾਗਿਰਦ ਨੇ ਜਿਨ੍ਹਾਂ ਦੀ ਤਾਦਾਦ ਸੈਂਕੜਿਆਂ 'ਚ ਹੈ ਔਰ ਆਪਣੇ ਇੰਟਰਵਿਊਜ਼ ਵੀ ਉਹ ਕਹਿ ਚੁੱਕੇ ਨੇ। ਤੇ ਅੱਜ ਸਾਡੇ ਨਾਲ ਉਹਨਾਂ ਦੇ ਖਾਸ ਸ਼ਾਗਿਰਦ ਜਿਨ੍ਹਾਂ ਨੇ 40 ਸਾਲ ਉਹਨਾਂ ਨਾਲ ਗੁਜ਼ਾਰੇ ਨੇ ਔਰ ਬਹੁਤ ਜ਼ਿਆਦਾ ਵਕਤ ਗੁਜ਼ਾਰਿਆ ਹੈ ਔਰ ਉਹਨਾਂ ਦੇ ਬੜੇ ਚੇਤੇ ਸ਼ਾਗਿਰਦ ਮੈਂ ਤਾਂ ਕਹਾਂਗਾ, ਕਿਉਂਕਿ ਮੈਂ ਆਪ ਵੀ ਵੇਖਿਆ ਉਹਨਾਂ ਦੇ ਨਾਲ ਉੱਠਦਿਆਂ ਬਹਿੰਦਿਆਂ ਔਰ ਮੁਖਤਲਿਫ ਮਹਿਫਲਾਂ 'ਚ ਮੁਸ਼ਾਇਰਿਆਂ 'ਚ। ਤੇ ਉਹ ਉਹਨਾਂ ਦੇ ਬਾਰੇ ਜਿੰਨਾ ਜਾਣਦੇ ਨੇ ਸ਼ਾਇਦ ਹੀ ਕੋਈ ਹੋਰ ਜਾਣਦਾ ਹੋਵੇ, ਕਿਉਂਕਿ ਘਰ ਦੇ ਫਰਦ ਦੀ ਤਰ੍ਹਾਂ ਉਹਨਾਂ ਦੇ ਨਾਲ ਰਹੇ ਨੇ। ਤੇ ਅੱਜ ਸਾਡੇ ਨਾਲ ਨੇ ਰਜ਼ਾ ਹਸਨ, ਜਿਨ੍ਹਾਂ ਦਾ ਉਹਨਾਂ ਨੇ ਜ਼ਿਕਰ ਮੇਰੇ ਨਾਲ ਇੰਟਰਵਿਊ 'ਚ ਵੀ ਕੀਤਾ ਸੀ। ਜਿਹੜੇ ਮੇਰੇ ਸ਼ਾਇਰਾਂ ਨੇ ਬਾਕਾਇਦਾ ਨਾਂ ਕੱਢਿਆ ਔਰ ਬਹੁਤ ਅੱਛੀ ਗਜ਼ਲ ਕਹਿ ਰਹੇ ਨੇ, ਉਹਨਾਂ ਦੇ ਵਿੱਚ ਰਜ਼ਾ ਹਸਨ ਬਹੁਤ ਆਲਾ ਸ਼ਾਇਰ ਹੈ। ਜੀ ਜਨਾਬ, ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਟਾਈਮ ਦਿੱਤਾ ਤੇ ਅੱਜ ਸਾਨੂੰ ਮੌਕਾ ਮਿਲਿਆ ਹੈ ਕਿ ਅਸੀਂ ਤੁਹਾਡੇ ਉਸਤਾਦ, ਤੁਹਾਡੇ ਦੋਸਤ ਤੇ ਤੁਹਾਡੇ ਸਭ ਤੋਂ ਜ਼ਿਆਦਾ ਜਿਹੜੇ ਕਰੀਬ ਏਡੇ ਵੱਡੇ ਸ਼ਖਸ ਹੋਣ ਦੇ ਬਾਵਜੂਦ ਮੁਹੱਬਤ ਕਰਨ ਵਾਲੇ ਜਿਹੜੇ ਨੇ ਉਸਤਾਦ ਤਜਮੁਲ ਕਲੀਮ ਦੇ ਬਾਰੇ ਗੱਲਬਾਤ ਕਰਨ ਲਈ ਅਸੀਂ ਤੁਹਾਡੇ ਨਾਲ ਬੈਠੇ ਹਾਂ। ਤੇ ਤੁਸੀਂ ਸਾਨੂੰ ਇਹ ਦੱਸੋ ਵੀ ਕਿੰਝ ਲੱਗਦਾ ਤੁਹਾਨੂੰ ਉਸਤਾਦ ਤਜਮੁਲ ਕਲੀਮ ਦੇ ਫੌਤ ਹੋਣ ਤੇ ਉਹਨਾਂ ਦੇ ਜਾਣ ਤੋਂ ਬਾਅਦ? ਦੱਸੋ ਹਾਂ ਜ਼ਰਾ, ਕੀ ਤੁਹਾਡੇ ਤਸਰਾਤ ਨੇ? ਸਭ ਤੋਂ ਪਹਿਲੇ ਤੇ ਮੈਂ ਇਜਾਜ਼ ਗਿਲਾਨੀ ਸ਼ਾਹ ਸਾਹਿਬ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਬਾਬਾ ਜੀ ਤਜਮੁਲ ਕਲੀਮ ਦੇ ਜ਼ਿਕਰ ਦੇ ਹਵਾਲੇ ਨਾਲ ਇਹ ਮਹਿਫਲ ਸਜਾਈ ਹੈ। ਤਜਮੁਲ ਕਲੀਮ
ਦੀ ਵਫਾਤ ਦੇ ਹਵਾਲੇ ਨਾਲ ਮੈਂ ਸਿਰਫ ਇੰਨਾ ਕਹਿਣਾ ਚਾਹਾਂਗਾ ਕਿ ਇੱਕ ਅੰਗਰੇਜ਼ੀ ਮਕੂਲਾ ਹੈ ਇੰਗਲੈਂਡ ਦਾ ਬੜਾ ਮਸ਼ਹੂਰ ਕਿ ਕਿੰਗ ਇਜ਼ ਡੈਡ, ਲੌਂਗ ਲਿਵ ਦਾ ਕਿੰਗ। ਪੰਜਾਬੀ ਗਜ਼ਲ ਦਾ ਬਾਦਸ਼ਾਹ ਫੌਤ ਜ਼ਰੂਰ ਹੋ ਗਿਆ ਵੇ, ਲੇਕਿਨ ਉਹ ਹਮੇਸ਼ਾ ਵਾਸਤੇ ਹੀ ਜ਼ਿੰਦਾ ਰਹੇਗਾ। ਉਹ ਹਮੇਸ਼ਾ ਵਾਸਤੇ ਜ਼ਿੰਦਾ ਰਹਿਣ ਵਾਸਤੇ ਹੀ ਇੱਥੇ ਆਇਆ ਸੀ। ਤੇ ਉਹਨਾਂ ਦੀ ਵਫਾਤ ਤੋਂ ਬਾਅਦ ਇੱਕ ਹੋਰ ਤਜਮੁਲ ਕਲੀਮ ਪੈਦਾ ਹੋ ਗਿਆ ਵੇ, ਜਿਹੜਾ ਕਿ ਉਹਨਾਂ ਦੇ ਕਲਾਮ ਰਾਹੀਂ ਲੋਕ ਉਹਨੂੰ ਦੇਖਣਗੇ, ਪਰਖਣਗੇ। ਇਸ ਤਜਮੁਲ ਕਲੀਮ ਤੇ ਵਫਾਤ ਤੋਂ ਪਹਿਲੇ ਤਜਮੁਲ ਕਲੀਮ ਦੋਨਾਂ ਨੂੰ ਸਾਹਮਣੇ ਰੱਖ ਕੇ ਤੇ ਫਿਰ ਅਸੀਂ ਆਪਣਾ ਦੁੱਖ ਦਾ ਇਜ਼ਹਾਰ ਜ਼ਰੂਰ ਕਰਾਂਗੇ ਕਿ 40 ਸਾਲ ਦੀ ਉਹਨਾਂ ਦੇ ਨਾਲ ਸੰਗਤ ਸੀ, ਮੁਸਲਸਲ ਸੰਗਤ ਸੀ, ਦਿਨ ਰਾਤ ਦੀ ਸੰਗਤ ਸੀ, ਬੜੇ ਬੜੇ ਸਫ਼ਰ ਕੀਤੇ ਅਸਾਂ। ਤੇ ਉਹ ਲਮਾ ਬਲਮਾ ਉਹਨਾਂ ਦੀਆਂ ਉਹ ਯਾਦਾਂ ਯਾਦ ਆਉਂਦੀਆਂ ਨੇ ਜਦੋਂ ਉਹ ਜ਼ਰੂਰ ਸਤਾਉਂਦੀਆਂ ਨੇ। ਤੇ ਉਹਨਾਂ ਦਾ ਉਹ ਤਾਂ ਨਹੀਂ, ਉਹ ਭੁੱਲਿਆ ਹੀ ਨਹੀਂ ਜਾ ਸਕਦਾ ਉਹਨਾਂ ਦੀ ਵਫਾਤ ਨੂੰ, ਲੇਕਿਨ ਕਲਾਮ ਦੇ ਰਾਹੀਂ ਉਹ ਅੱਜ ਜ਼ਿੰਦਾ ਨੇ। ਅੱਛਾ, ਇਹ ਸ਼ਿਵ ਕੁਮਾਰ ਬਟਾਲਵੀ ਸਾਹਿਬ ਜਿਹੜੇ ਨੇ ਉਹ ਵੀ ਬੜਾ ਵੱਡਾ ਨਾਂ ਹੋਏ ਨੇ ਪੰਜਾਬੀ 'ਚ, ਪੰਜਾਬੀ ਅਦਬ 'ਚ, ਸ਼ਾਇਰੀ 'ਚ, ਲੇਕਿਨ ਉਹਨਾਂ ਨੂੰ ਨਜ਼ਮ ਦੇ ਹਵਾਲੇ ਨਾਲ ਹਜੇ ਵੀ ਜਿਹੜਾ ਹੈ ਉਹ ਟੌਪ 'ਤੇ ਰੱਖਿਆ ਜਾਂਦਾ ਹੈ। ਤੇ ਜੇ ਅਸੀਂ ਗੱਲ ਕਰੀਏ ਉਸਤਾਦ ਤਜਮੁਲ ਕਲੀਮ ਹੋਰਾਂ ਦੀ ਗਜ਼ਲ ਦੀ, ਤੇ ਕੋਈ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦਾ ਜਿਹੜਾ ਲੈਵਲ ਹੈ ਉਹ ਕੀ ਹੋਏਗਾ, ਜਾਂ ਕਿਵੇਂ ਤੁਸੀਂ ਉਹਨਾਂ ਦਾ ਮੁਆਜ਼ਨਾ ਕਰੋਗੇ, ਜਾਂ ਤੁਸੀਂ ਉਹਨਾਂ ਦੀ ਗਜ਼ਲ ਨੂੰ ਤੇ ਨਜ਼ਮ ਨੂੰ ਕਿਸ ਮੁਕਾਮ ਤੇ ਦੇਖਦੇ ਹੋ? ਇਸ ਬਾਰੇ ਸਾਡੇ ਨਾਲ ਕੁਝ ਸਾਂਝ ਪਾਓ। ਸ਼ਿਵ ਕੁਮਾਰ ਬਟਾਲਵੀ ਹੋਰਾਂ ਦੇ ਹਵਾਲੇ ਨਾਲ ਇੱਕ ਵਾਰੀ ਤਜਮੁਲ ਕਲੀਮ ਸਾਹਿਬ ਦੇ ਨਾਲ ਗੱਲ ਹੁੰਦੀ ਪਈ ਸੀ, ਤੇ ਉਹਨਾਂ ਨੇ ਇਹ ਗੱਲ ਕੀਤੀ ਕਿ ਅਗਰ ਮੈਂ ਉਹਦੇ ਦੌਰ ਵਿੱਚ ਹੁੰਦਾ ਜਾਂ ਉਹ ਮੇਰੇ ਦੌਰ ਵਿੱਚ ਹੁੰਦਾ ਤੇ ਉਹ ਮੇਰਾ ਬੜਾ ਹੀ ਬੇਲੀ ਹੋਣਾ ਸੀ। ਸ਼ਿਵ ਕੁਮਾਰ ਬਿਲਾਸ਼ੁਬਾ ਪੰਜਾਬੀ ਨਜ਼ਮ ਦਾ ਬਾਦਸ਼ਾਹ ਹੈ, ਜਦਕਿ ਤਜਮੁਲ ਕਲੀਮ ਉਹ ਪੰਜਾਬੀ ਗਜ਼ਲ ਦਾ ਬੇਤਾਜ ਬਾਦਸ਼ਾਹ। ਗਜ਼ਲ ਸਿਨਫੇ ਸੁਖਨ ਜਿਹੜੀ ਹੈ ਉਹਦਾ ਇੱਕ ਆਪਣਾ ਮਿਆਰ ਹੈ, ਉਸਦਾ ਆਪਣਾ ਇੱਕ ਰੰਗ ਹੈ, ਰੂਪ ਹੈ, ਜਿਹੜੀ ਲੋਕਾਂ ਨੂੰ ਆਪਣੇ ਹਿਸਾਬ ਨਾਲ ਮਨ ਮੋਹਦੀ ਲੋਕਾਂ ਦਾ। ਜਦਕਿ ਗਜ਼ਲ ਦਾ ਹਰ ਸ਼ੇਰ ਇੱਕ ਨਜ਼ਮ ਹੁੰਦਾ ਵੇ, ਪੂਰਾ ਇੱਕ ਨਜ਼ਮ ਪੂਰੀ ਹੁੰਦੀ ਉਸ ਸ਼ੇਰ ਦੇ ਵਿੱਚ। ਸ਼ਿਵ ਕੁਮਾਰ ਬਟਾਲਵੀ ਹੋਰਾਂ ਦੇ ਗੀਤ, ਉਹਨਾਂ ਦੀ ਨਜ਼ਮ, ਉਹ ਕੱਲ ਵੀ ਉਹ ਟੌਪ ਤੇ ਖਲੋਤੀ ਹੋਈ ਸੀ, ਉਹ ਅੱਜ ਵੀ ਆਪਣੀ ਜਗ੍ਹਾ ਤੇ ਉਹ ਨਜ਼ਮ ਦੇ ਸੁਰਖੇਲ ਨੇ। ਇਹਨਾਂ ਦਾ ਮੁਵਾਜ਼ਨਾ ਤਾਂ ਉਹ ਮੇਰਾ ਖਿਆਲ ਹੋ ਨਹੀਂ ਸਕਦਾ, ਕਿਉਂਕਿ ਮਵਾਜ਼ਨਾ ਇੱਕ ਸੂਰਤ ਹੋ ਸਕਦਾ ਹੁੰਦਾ ਹੈ ਕਿ ਦੋਨਾਂ ਸ਼ਾਇਰਾਂ ਨੇ ਇੱਕ ਜਿਹੀ ਜ਼ਿੰਦਗੀ ਗੁਜ਼ਾਰੀ ਹੋਵੇ। ਤਜਮੁਲ ਕਲੀਮ ਦੀ ਜ਼ਿੰਦਗੀ ਨੂੰ ਸਮਝਣ ਵਾਸਤੇ ਪਹਿਲਾਂ ਮਲਕ ਤਜਮੁਲ ਹੁਸੈਨ ਨੂੰ ਸਮਝਣਾ ਪਏਗਾ। ਇਹ ਉਹ ਸ਼ਾਇਰ ਹੈ ਕਿ ਜਿੰਦੇ ਵਰਗਾ ਦਲੇਰ ਸ਼ਾਇਰ ਮੈਂ ਰੂਵੇ ਜ਼ਮੀਨ ਤੇ ਨਹੀਂ ਦੇਖਿਆ। ਐਸਾ ਨਿਡਰ ਔਰ ਸ਼ਾਇਰੀ ਦੇ ਹਵਾਲੇ ਨਾਲ, ਸ਼ਾਇਰੀ ਦੇ ਹਵਾਲੇ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਹਵਾਲਾ ਸੀ ਉਹ ਇੱਕ ਸ਼ਹਿਰ ਦੇ ਸਭ ਤੋਂ ਦਲੇਰ ਤੇ ਉਹਨਾਂ ਦੇ ਬੇਸ਼ੁਮਾਰ ਵਾਕਿਆਤ ਨੇ। ਉਹ ਕਦੀ ਤਫਸੀਲ ਨਾਲ ਤੁਹਾਨੂੰ ਦੱਸਾਂਗੇ, ਕਦੀ ਸੁਣਾਵਾਂਗੇ ਉਹਨਾਂ ਦੀਆਂ ਦਲੇਰੀ ਦੀਆਂ ਦਾਸਤਾਨਾਂ ਕਿ ਉਹਨਾਂ ਨੇ ਕਿਸ ਤਰ੍ਹਾਂ। ਤੇ ਸ਼ਿਵ ਕੁਮਾਰ ਬਟਾਲਵੀ ਦਾ ਜ਼ਿੰਦਗੀ ਦਾ ਜਿਹੜਾ ਰਹਿਣ ਸਹਿਣ ਸੀ, ਤਜਮੁਲ ਕਲੀਮ ਦੀ ਜ਼ਿੰਦਗੀ ਦਾ ਰਹਿਣ ਸਹਿਣ
ਇਹ ਬੜਾ ਇਹਨਾਂ ਦਾ ਬਹੁਤ ਜ਼ਿਆਦਾ ਡਿਫਰੈਂਸ ਹੈ। ਉਹਨਾਂ ਆਪਣੇ ਰਹਿਣ ਸਹਿਣ ਦੇ ਹਵਾਲੇ ਨਾਲ ਉਹਦੇ ਵਿੱਚ ਰਹਿੰਦਿਆਂ ਹੋਇਆਂ ਨਜ਼ਮ ਕੀਤੀ ਕਹੀ ਹੈ। ਇਹਨਾਂ ਨੇ ਆਪਣੇ ਰਹਿਣ ਸਹਿਣ ਦੇ ਹਵਾਲੇ ਨਾਲ ਆਪਣੇ ਗਜ਼ਲ ਕਹੀ ਹੈ। ਗਜ਼ਲ ਦੇ ਵਿੱਚ ਮਾਰਜਨ ਸਿਰਫ ਇੰਨਾ ਹੁੰਦਾ ਵੇ ਕਿ ਇੱਕ ਸ਼ੇਰ ਦੇ ਵਿੱਚ ਤੁਸੀਂ ਵੱਡੀ ਤੋਂ ਵੱਡੀ ਗੱਲ ਕਰਨੀ ਹੈ, ਜਦਕਿ ਨਜ਼ਮ ਦਾ ਵਿੱਚ ਸਪੈਨ ਖੁੱਲਾ ਹੁੰਦਾ ਵੇ, ਉਹ ਤੁਸੀਂ ਆਪਣੀ ਗੱਲ ਨੂੰ ਖਿਲਾਰ ਕੇ ਵੀ ਕਰ ਸਕਦੇ ਹੋ। ਸ਼ਿਵ ਕੁਮਾਰ ਬਟਾਲਵੀ ਆਪਣੀ ਜਗ੍ਹਾ ਤੇ ਇੱਕ ਹੀਰਾ ਹੈ, ਤਜਮੁਲ ਕਲੀਮ ਆਪਣੀ ਜਗ੍ਹਾ ਤੇ ਇੱਕ ਹੀਰਾ ਹੈ। ਦੋਨੋਂ ਹੀ ਇਹ ਪੰਜਾਬ ਦੀ ਸ਼ਾਨ ਨੇ, ਪੰਜਾਬ ਦਾ ਮਾਣ ਨੇ। ਅੱਛਾ, ਇਹ ਤਾਂ ਦੋ ਵੱਡੇ ਬੰਦਿਆਂ ਦੀ ਜਿਹੜੀ ਪੰਜਾਬੀ ਸ਼ਾਇਰਾਂ ਦੀ ਤੁਸੀਂ ਗੱਲ ਕੀਤੀ ਹੈ, ਔਰ ਵਾਕਈ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਹਨਾਂ ਦੇ ਮਕਾਮ ਨੂੰ ਜਿਹੜਾ ਉਹ ਵੱਖ-ਵੱਖ ਨਹੀਂ ਵੇਖਿਆ ਜਾ ਸਕਦਾ। ਲੇਕਿਨ ਇਹ ਕਿ ਇੱਕ ਨਜ਼ਮ ਤੇ ਗਜ਼ਲ ਜਿਹੜੀ ਹੈ ਉਹਨੂੰ ਜਦੋਂ ਅਸੀਂ ਪਰਖੀਏ ਤੇ ਫਿਰ ਦੋਵੇਂ ਬਾਦਸ਼ਾਹ ਨੇ। ਤੇ ਤੁਸੀਂ ਸਾਨੂੰ ਦੱਸੋ ਵੀ ਉਸਤਾਦ ਤਜਮੁਲ ਕਰੀਮ ਹੋਰਾਂ ਨਾਲ ਤੁਹਾਡੀ ਜਿਹੜੀ ਪਹਿਲੀ ਮੁਲਾਕਾਤ ਹੈ ਸ਼ਾਇਰੀ ਦੇ ਹਵਾਲੇ ਨਾਲ, ਉਹ ਕਦੋਂ ਤੇ ਕਿੱਥੇ ਹੋਈ? ਤੇ ਇਹ ਵੀ ਇੱਕ ਸਾਡੇ ਨਾਲ ਜਿਹੜਾ ਨਾ ਅੱਜ ਉਸ ਤਫਸੀਲ ਨੂੰ ਸਾਂਝੀ ਕਰੋ, ਕਿਉਂਕਿ ਤੁਹਾਡਾ ਜਿਹੜਾ ਤਲਕ ਉਹਨਾਂ ਨਾਲ ਸੀ ਉਹ ਜ਼ਾਹਿਰ ਹੈ ਕਾਫੀ ਪੁਰਾਣਾ ਹੀ ਹੈ। ਤੇ ਅੱਜ ਸਾਨੂੰ ਇਸ ਬਾਰੇ ਵੀ ਦੱਸ ਦਿਓ। ਸ਼ਾਹ ਜੀ 85-86 ਸਨ ਦੇ ਵਿੱਚ ਅਵਾਮੀ ਸਕਾਫਤੀ ਅੰਜਮਨ ਦੇ ਵਿੱਚ ਬਾਬਾ ਜੀ ਤਜਮੁਲ ਕਲੀਮ ਸਾਹਿਬ, ਰਾਣਾ ਸਈਦ ਅਖਤਰ ਸਾਹਿਬ, ਖਲੀਲੁल्लाह ਬਸ਼ਮ ਸਾਹਿਬ, ਅੱਲਾਹ ਤਾਲਾ ਉਹਨਾਂ ਨੂੰ ਗਰੀਕੇ ਰਹਿਮਤ ਕਰੇ, ਅਕਬਰ ਅਲੀ ਅਕਬਰ ਸਾਹਿਬ, ਅੱਲਾਹ ਪਾਕ ਉਹਨਾਂ ਨੂੰ ਵੀ ਗਰੀਕੇ ਰਹਿਮਤ ਕਰੇ, ਤੇ ਹੋਰ ਅਹਿਬਾਬ ਸ਼ੇਰੀ ਨਿਸ਼ਸਤ ਕਰਦੇ ਹੁੰਦੇ ਸਨ। ਤੇ ਉਹਨਾਂ ਦਿਨਾਂ ਦੇ ਵਿੱਚ ਕਲੀਮ ਸਾਹਿਬ ਕ੍ਰਿਕਟ ਦੇ ਮੈਦਾਨਾਂ ਦੇ ਵਿੱਚ ਵੀ ਉਹਨਾਂ ਨਾਲ ਮੁਲਾਕਾਤ ਹੁੰਦੀ ਸੀ, ਤੇ ਮੈਂ ਪਹਿਲੀ ਦਫਾ ਉਹ ਅਟੈਂਡ ਕੀਤੀ ਤੇ ਉਹ ਮੇਰੇ ਅੰਦਰ ਇੱਕ ਪੈਦਾ ਹੋਈ ਚੀਜ਼ ਕਿ ਇਹ ਤਾਂ ਕਮਾਲ ਫਨ ਅਗਰ ਹੈ ਵੇ ਤਾਂ ਸ਼ਾਇਰੀ ਹੈ, ਤੇ ਬਾਕੀ ਫਨ ਤਾਂ ਇਹਦਾ ਹੀ ਅਗਾਂਹ ਪਰਤੋਂ ਨੇ, ਇਹਦਾ ਹੀ ਅਗਾਂਹ। ਮੈਂ ਅਗਲੇ ਦਿਨ ਉਸਤਾਦ ਹੋਰਾਂ ਨੂੰ, ਉਹਨਾਂ ਨੂੰ ਬਲਕਿ ਮੈਂ ਕਿਹਾ ਵੀ ਬਾਬਾ ਜੀ ਤੁਸੀਂ ਮੈਨੂੰ ਥੋੜਾ ਜਿਹਾ ਰਹਿਨਮਾਈ, ਬਲਕਿ ਉਹ ਮੈਂ ਇੱਕ ਗਜ਼ਲ ਲਿਖ ਕੇ, ਉਰਦੂ ਉਦੋਂ ਕਹਿੰਦੇ ਸਨ ਉਸਤਾਦ ਹਰੇ ਵੀ, ਮੈਂ ਵੀ ਉਦੋਂ ਪੰਜਾਬੀ ਉਰਦੂ 'ਚ ਕਹਿੰਦਾ ਸੀ। ਮੈਂ ਗਜ਼ਲ ਇੱਕ ਉਰਦੂ ਦੇ ਵਿੱਚ ਉਹਨਾਂ ਦੇ ਕੋਲ ਲੈ ਕੇ ਗਿਆ। ਉਹਨਾਂ ਦੀ ਵੀਡੀਓ ਦੀ ਦੁਕਾਨ ਸੀ, ਵੀਡੀਓ ਰਿਕਾਰਡਿੰਗ, ਤੇ ਉਹਨਾਂ ਨੇ ਉਹ ਗਜ਼ਲ ਪੜ੍ਹੀ ਤੇ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਇੱਕ ਸ਼ੇਰ ਤਾਂ ਤੇਰਾ ਪੂਰਾ ਹੈ, ਬਾਕੀ ਜਿਹੜੇ ਨੇ ਉਹ ਨੋਕ ਪਲਕ ਉਹਨੂੰ ਸੰਵਾਰਨਾ ਪਏਗਾ। ਤੇ ਉਹਨਾਂ ਨੇ ਮੈਨੂੰ ਹੌਸਲਾ ਇਸ ਗੱਲ ਤੇ ਦਿੱਤਾ ਕਿ ਜਿਹੜਾ ਬੰਦਾ ਇੱਕ ਸ਼ੇਰ ਕਹਿ ਸਕਦਾ ਹੈ ਨਾ, ਉਹ ਪੂਰੀ ਗਜ਼ਲ ਵੀ ਕਹਿ ਸਕਦਾ ਹੈ। ਤੇ ਤੂੰ ਹੁਣ ਇਸ ਪਾਸੇ ਹੁਣ ਆਇਆ ਵੇਂ ਤੇ ਹੁਣ ਇਹਨੂੰ ਕਿਸੇ, ਉਹ ਫਿਰ ਇਸ ਤਰ੍ਹਾਂ ਉਹਨਾਂ ਨੇ, ਬਾਬਾ ਜੀ ਤਜਮੁਲ ਕਲੀਮ ਹੋਰਾਂ ਨੇ ਮੈਨੂੰ ਉਂਗਲੀ ਫੜ ਕੇ ਉਹਨਾਂ ਦੀ ਅਸੀਂ ਟੁਰ ਪਏ, ਟੁਰਦੇ, ਬਲਕਿ ਮੈਨੂੰ, ਮੈਂ ਸਮਝਦਾ ਵਾਂ ਕਿ ਮੈਨੂੰ ਇਸ ਗੱਲ ਤੇ ਮਾਣ ਵੀ ਹੈ, ਮੈਂ ਫਖਰ ਮਹਿਸੂਸ ਕਰਦਾ ਕਿ ਮੈਂ ਤਜਮੁਲ ਕਲੀਮ ਦੀ ਚੁੰਝ ਦਾ ਚੋਗਾ ਲੈ ਕੇ ਅੱਜ ਅਲਹਮਦੁਲਿਲਾ ਉਡਾਰ ਹੋਇਆ ਵਾਂ। ਔਰ ਇਸ ਗੱਲ ਦਾ ਮੈਨੂੰ ਜਿਹੜਾ ਉਹ ਕਲੀਮ ਸਾਹਿਬ ਨਾਲ ਜਿਹੜੀ ਉਹ ਪਹਿਲੀ ਸੰਗਤ ਹੋਈ, ਉਸ ਤੋਂ ਬਾਅਦ ਗਜ਼ਲ ਮੈਂ ਉਹ ਕਹਿ ਕੇ ਉਹਨਾਂ ਕੋਲ ਗਿਆ, ਉਹਨਾਂ ਨੇ ਉਹਨੂੰ ਸਿੱਧਾ ਪੱਧਰਾ ਕੀਤਾ ਮੇਰੇ ਉਹ ਇੱਕ ਸ਼ੇਰ ਸਮੇਤ। ਉਹ ਫਿਰ ਅਗਲੀ ਜਿਸਲੇ ਨਸ਼ਿਸਤ ਹੋਈ ਸਕਾਫਤੀ ਅੰਜਮਨ ਦੇ ਵਿੱਚ ਤੇ ਮੈਂ ਉਹ ਪੇਸ਼ ਕੀਤੀ, ਤੇ ਉਹ ਸਾਰੇ ਦੋਸਤਾਂ ਨੇ ਉਹ ਮੈਨੂੰ ਸਰਾਇਆ ਤੇ ਹੌਸਲਾ ਮਜ਼ੀਦ बढ़िया। ਇਸ ਤਰ੍ਹਾਂ ਫਿਰ ਮੇਰਾ ਵੀ ਇਹ ਅਦਬੀ ਸਫ਼ਰ ਕਲੀਮ ਸਾਹਿਬ ਦੇ ਨਾਲ ਉਰਦੂ ਦੇ ਵਿੱਚ ਸ਼ੁਰੂ ਹੋ ਗਿਆ, ਤੇ ਉਹ ਜਿਹੜਾ ਅਲਹਮਦੁਲਿਲਾ ਅਜੇ ਤੱਕ ਜਾਰੀ ਹੈ। ਅੱਛਾ, ਬੰਦਾ ਜਦੋਂ ਇਕੱਠਾ ਰਹਿੰਦਾ ਹੈ ਤੇ ਫਿਰ ਉਸਤਾਦ ਤਜਮੁਲ
ਕਲੀਮ ਜਿਹੇ ਵੱਡੇ ਬੰਦੇ ਦੇ ਨਾਲ, ਇੱਕ ਫਿਕਰ ਵਾਲੇ ਬੰਦੇ ਦੇ ਨਾਲ, ਇੱਕ ਵੱਡੇ ਸ਼ਾਇਰ ਦੇ ਨਾਲ ਰਹਿਣ, ਤੇ ਉਹ ਬਹੁਤ ਸਾਰੀਆਂ ਚੀਜ਼ਾਂ ਅਬਜ਼ਰਵ ਕਰਦਾ ਹੈ। ਤੇ ਤੁਸੀਂ ਚੂੰਕਿ ਆਪ ਵੀ ਸ਼ਾਇਰ ਹੋ, ਤੇ ਤੁਸੀਂ ਸਾਨੂੰ ਦੱਸੋ ਵੀ ਉਹਨਾਂ ਦਾ ਮਜਮੂਈ ਰਵੱਈਆ ਕੈਸਾ ਸੀ? ਤਾਰੀਫ ਕਿਵੇਂ ਕਰਦੇ ਸੀ ਤੇ ਗੁੱਸਾ ਕਿਵੇਂ ਕਰਦੇ ਸੀ, ਤੇ ਬਤੌਰ ਮਜਮੂਈ ਜਿਹੜਾ ਸੀ ਉਹਨਾਂ ਦਾ ਜਿਹੜਾ ਮਿਲਣ ਵਰਤਨ ਸੀ ਜਾਂ ਗੱਲਬਾਤ ਸੀ ਉਹ ਕਿਸ ਤਰ੍ਹਾਂ ਦੀ ਸੀ? ਪੀਰ ਜੀ, ਤਜਮੁਲ ਕਲੀਮ ਨਾਲ 40 ਸਾਲ ਦੀ ਸੰਗਤ ਵਿੱਚ ਬਹੁਤ ਟਾਈਮ ਗੁਜ਼ਾਰਿਆ। ਉਹਨਾਂ ਨੂੰ ਕਿਸੇ ਇੱਕ ਲਮਹੇ ਵੀ ਮੈਂ ਗੈਰ ਸੰਜੀਦਾ ਨਹੀਂ ਦੇਖਿਆ। ਸੰਜੀਦਗੀ ਉਹਨਾਂ ਦੇ ਲੂੰ ਵਿੱਚ ਕੁੱਟ ਕੇ ਭਰੀ ਹੋਈ ਸੀ। ਉਹਨਾਂ ਨੇ ਉਲਮਾ ਦੀਆਂ ਮਹਿਫਲਾਂ ਵੀ ਅਟੈਂਡ ਕੀਤੀਆਂ, ਬੜੇ ਪਰਹੇਦਾਰ ਤੇ ਪੰਚਾਇਤੀ ਲੋਕਾਂ ਦੀਆਂ ਵੀ ਮਹਿਫਲਾਂ ਅਟੈਂਡ ਕੀਤੀਆਂ। ਉਹਨਾਂ ਨੇ ਹਰ ਕੁਮਾਸ਼ ਦੇ ਆਲਾ ਤੋਂ ਆਲਾ ਲੋਕਾਂ ਨਾਲ ਗੁਫ਼ਤਗੂ ਕੀਤੀ, ਮੁਆਮਲਾਤ ਕੀਤੇ। ਕਿਸੇ ਇੱਕ ਜਗ੍ਹਾ ਤੇ ਉਹਨਾਂ ਨੇ ਨਾ ਕਿਸੇ ਨੂੰ ਡੰਡੀ ਮਾਰਨ ਦਿੱਤੀ ਹੈ ਤੇ ਨਾ ਆਪ ਡੰਡੀ ਮਾਰੀ। ਉਹਨਾਂ ਦਾ ਇਹ ਸੀ, ਜਿਸ ਤਰ੍ਹਾਂ ਉਹਨਾਂ ਦਾ ਸ਼ੇਰ ਹੈ ਕਿ ਵੇਲੇ ਦਾ ਮਕਰੂਜ਼ ਨਾ ਹੋਵੀ, ਕਰਦੇ ਵੇਲੇ ਨਾਲ ਬਰਾਬਰ। ਉਹ ਕਿਸੇ ਦਾ ਹਿਸਾਬ ਰੱਖਦੇ ਹੀ ਨਹੀਂ ਸਨ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਐਸੇ ਵਾਕਿਆਤ ਆਏ ਨੇ ਕਿ ਜਿੱਥੇ ਜਿੰਨਾ ਰਿਐਕਟ ਕਰਨਾ ਬਣਦਾ ਵੇ ਉਹ ਉਸ ਤੋਂ ਜ਼ਿਆਦਾ ਹੀ ਰਿਐਕਟ ਕਰਦੇ ਸਨ, ਘੱਟ ਨਹੀਂ ਕਰਦੇ ਸਨ। ਉਹਨਾਂ ਨਾਲ ਅਗਰ ਕਿਸੇ ਮੈਜਿਸਟ੍ਰੇਟ ਨੇ ਇੱਕ ਨੇ ਜ਼ਿਆਦਤੀ ਕੀਤੀ ਸੀ ਤੇ ਉਹਨਾਂ ਨੇ ਰਿਐਕਟ ਕਰਕੇ ਤੇ ਉਹਦੇ ਮੈਜਿਸਟ੍ਰੇਟ ਦੇ ਨਾਲ ਵੀ ਉਹਨਾਂ ਦਾ ਝਗੜਾ ਹੋ ਗਿਆ ਔਰ ਉਹਨਾਂ ਨੇ ਪੂਰੀ ਦਿਲਜਮੀ ਨਾਲ ਉਹ ਝਗੜਾ ਲੜਿਆ। ਉਹਨਾਂ ਨੇ ਜ਼ਿੰਦਗੀ ਦੇ ਵਿੱਚ ਜਿੱਥੇ ਹੱਸਣਾ ਬਣਦਾ ਸੀ ਉੱਥੇ ਹੱਸੇ ਨੇ, ਜਿੱਥੇ ਰੋਣਾ ਬਣਦਾ ਸੀ ਉਹ ਰੱਜ ਕੇ ਰੋਏ ਨੇ। ਉਹਨਾਂ ਦਾ ਮਜ਼ਾਜ, ਰਵੱਈਆ ਐਸਾ ਨਹੀਂ ਸੀ ਕਿ ਜਿਹਨੂੰ ਕਿਹਾ ਜਾਵੇ ਕਿ ਉਹ ਅਨਪ੍ਰੈਡਿਕਟੇਬਲ ਸਨ। ਹਰ ਇੱਕ ਨੂੰ ਪਤਾ ਸੀ ਕਿ ਇਸ ਗੱਲ ਤੇ ਬਾਬਾ ਜੀ ਨੇ ਜਿਹੜਾ ਨਾ ਉਹ ਛੋਡੇ ਲਾ ਦੇਣੇ ਨੇ ਤੇ ਇਸ ਗੱਲ ਤੇ ਬਾਬਾ ਜੀ ਖੁਸ਼ ਹੋਣਗੇ। ਉਹਨਾਂ ਦਾ ਰਵੱਈਆ, ਉਹਨਾਂ ਦਾ ਮਜ਼ਾਜ ਇਸ ਕਦਰ ਦਿਲ ਫਰੇਬ ਸੀ ਕਿ ਜਿਹੜਾ ਬੰਦਾ ਇੱਕ ਦਫਾ ਉਹਨਾਂ ਨੂੰ ਮਿਲ ਲੈਂਦਾ ਸੀ ਨਾ, ਉਹ ਫਿਰ ਉਹ ਵਡੀਕਦਾ ਹੀ ਰਹਿੰਦਾ ਸੀ ਕਿ ਮੈਂ ਹੁਣ ਫਿਰ ਕਦੋਂ ਤਜਮੁਲ ਕਲੀਮ ਸਾਹਿਬ ਨੂੰ ਮਿਲਾਂ। ਅੱਛਾ ਰਜ਼ਾ ਹਸਨ ਸਾਹਿਬ, ਇਹ ਦੱਸੋ ਵੀ ਸ਼ਾਇਰ ਨੂੰ ਵੈਸੇ ਤਾਂ ਸਾਰੇ ਹੀ ਸ਼ੇਰ ਤੇ ਗਜ਼ਲਾਂ ਤੇ ਕਲਾਮ ਪਸੰਦ ਹੁੰਦਾ ਹੈ, ਲੇਕਿਨ ਤੁਹਾਨੂੰ ਉਸਤਾਦ ਤਜਮੁਲ ਕਲੀਮ ਦਾ ਕਿਹੜਾ ਕਲਾਮ ਜ਼ਾਤੀ ਤੌਰ ਤੇ ਪਸੰਦ ਸੀ? ਔਰ ਇਹ ਬੜਾ ਮੁਸ਼ਕਲ ਸਵਾਲ ਹੈ, ਲੇਕਿਨ ਤੁਸੀਂ ਸਾਨੂੰ ਦੱਸੋਗੇ ਤੇ ਹੋਰ ਅੱਛਾ ਲੱਗੇਗਾ। ਤੇ ਕੋਈ ਦੋ ਗਜ਼ਲਾਂ ਜਿਹੜੀਆਂ ਉਹਨਾਂ ਦੀਆਂ ਤੁਸੀਂ ਆਪਣੀ ਜ਼ੁਬਾਨੀ ਵੀ ਸਾਨੂੰ ਸੁਣਾਓ, ਸਾਡੇ ਸੁਣਨ ਵਾਲਿਆਂ ਵਾਸਤੇ ਵੀ। ਬਾਬਾ ਜੀ ਦਾ ਕਲਾਮ ਅਗਰ ਕਿਹਾ ਜਾਵੇ ਕਿ ਕਿਹੜਾ ਦਿਲ ਨੂੰ ਲੱਗਦਾ ਸੀ, ਤੇ ਮੈਂ ਇਹ ਕਹਾਂਗਾ ਵੀ ਕਿਹੜਾ ਦਿਲ ਨੂੰ ਨਹੀਂ ਲੱਗਦਾ ਸੀ। ਹੁਣ ਤੁਸੀਂ ਇਹ ਗੱਲ ਕੀਤੀ ਹੈ ਤੇ ਫਿਰ ਮੈਂ ਬਾਬਾ ਜੀ ਦਾ ਜਿਹੜਾ ਮੈਂ ਉਹ ਸੁਣਾਉਂਦਾ ਤੁਹਾਨੂੰ। ਮਰਨ ਤੋਂ ਡਰਦੇ ਹੋ ਬਾਦਸ਼ਾਹੋ, ਕਮਾਲ ਕਰਦੇ ਹੋ ਬਾਦਸ਼ਾਹੋ, ਕਿਸੇ ਨੂੰ ਮਾਰਨ ਦਾ ਸੋਚਦੇ ਹੋ, ਕਿਸੇ ਤੇ ਮਰਦੇ ਹੋ ਬਾਦਸ਼ਾਹੋ। ਤੁਸੀਂ ਨਾ ਪਾਓ ਦਿਲਾਂ ਤੇ ਲੋਟੀ, ਤੁਸੀਂ ਤੇ ਸਰਦੇ ਹੋ ਬਾਦਸ਼ਾਹੋ। ਇਹ ਮੈਂ ਖਿਡਾਰੀ ਕਮਾਲ ਦਾ ਹਾਂ ਕਿ ਆਪ ਹਾਰਦੇ ਹੋ ਬਾਦਸ਼ਾਹੋ। ਕਲੀਮ ਕੱਖਾਂ ਤੋਂ ਹੌਲੇ ਹੋ ਨਾ, ਤਦੇ ਹੀ ਤਰਦੇ ਹੋ ਬਾਦਸ਼ਾਹੋ। ਬਾਤ ਹੈ, ਕਿਆ ਬਾਤ ਹੈ ਜਨਾਬ, ਕਿਆ ਬਾਤ ਹੈ। ਅੱਖ ਖੋਲੀ ਤੇ ਦੁੱਖਾਂ ਦੇ ਜਾਲ ਵੇਖੇ, ਉੱਤੋਂ ਹੰਡ ਦੇ ਜਿੰਦੜੀ ਨਾਲ ਵੇਖੇ। ਇੱਕ ਦਿਨ ਸੀ ਹਿਜਰ ਦਾ ਸਾਲ ਵਰਗਾ, ਅਸਾਂ ਦਿਨ ਨਹੀਂ ਸਾਲਾਂ ਦੇ ਸਾਲ ਵੇਖੇ। ਤੂੰ ਕੀੜੇ ਦੇ ਰਿਜ਼ਕ ਦੀ ਸੋਚ ਰੱਬਾ, ਅਸਾਂ ਭੁੱਖ ਤੋਂ ਵਿਕਦੇ ਬਾਲ ਵੇਖੇ। ਮੈਂ ਨੱਚਿਆਂ ਜੱਗ ਦੇ ਸੁੱਖ ਪਾਰੋਂ, ਸਦ ਬੁੱਲੇ ਨੂੰ ਮੇਰੀ ਧਮਾਲ ਵੇਖੇ।
ਅੱਛਾ ਰਜ਼ਾ ਸਾਹਿਬ, ਇਹ ਦੱਸੋ ਵੀ ਕਿਸੇ ਬੰਦੇ ਦੇ ਨਾਲ ਜਦੋਂ ਇੱਕ ਤਲਕ ਹੁੰਦਾ ਹੈ, ਦੋਸਤੀ ਹੁੰਦੀ ਹੈ, ਔਰ ਜ਼ਿਆਦਾ ਬੰਦਾ ਟਾਈਮ ਗੁਜ਼ਾਰਦਾ ਹੈ, ਤੇ ਬਹੁਤ ਸਾਰੇ ਐਸੇ ਵਾਕਿਆਤ ਵੀ ਹੁੰਦੇ ਨੇ ਜਿਹੜੀ ਤੁਹਾਡੀ ਜ਼ਿੰਦਗੀ ਤੇ ਕੋਈ ਜਿਹੜਾ ਨਾ ਉਹ ਨਕਸ਼ ਛੱਡ ਜਾਂਦੇ ਨੇ। ਤੇ ਉਸਤਾਦ ਤਜਮਲ ਕਲੀਮ ਹੋਰਾਂ ਨਾਲ ਜਿਹੜੀ ਤੁਹਾਡੀ ਰਫਾਕਤ ਰਹੀ ਹੈ, ਉਸ ਦੌਰਾਨ ਕੋਈ ਖਾਸ ਵਾਕਿਆ ਹੋਵੇ ਜਿਹੜਾ ਤੁਸੀਂ ਸ਼ੇਅਰ ਕਰਨਾ ਚਾਹੋ। ਬਾਬਾ ਜੀ ਤਜਮਲ ਕਲੀਮ ਹੋਰਾਂ ਨਾਲ 85-86 ਦੇ ਵਿੱਚ ਸੰਗਤ ਹੋਈ, ਜਦੋਂ ਉਹ ਵੀਡੀਓ ਦਾ ਕੰਮ ਕਰਦੇ ਸਨ ਤੇ ਮੈਂ ਸ਼ਾਪ ਤੇ ਬੈਠਦਾ ਸੀ। ਸ਼ਾਹ ਜੀ, ਇੱਕ ਐਸਾ ਵਾਕਿਆ ਜਿਹੜਾ ਮੈਂ ਉਹ ਜ਼ਿੰਦਗੀ ਦੇ ਵਿੱਚ ਭੁੱਲ ਹੀ ਨਹੀਂ ਸਕਦਾ, ਉਹਨੇ ਜ਼ਿੰਦਗੀ ਤੇ ਉਹ ਐਸਾ ਨਕਸ਼ ਹੋਇਆ ਵੇ, ਔਰ ਜਿਸ ਵਾਕਿਏ ਨੇ ਬਾਬਾ ਜੀ ਦੀ ਮੁਹੱਬਤ ਮੇਰੇ ਅੰਦਰ ਨਕਸ਼ ਕਰ ਦਿੱਤੀ, ਔਰ ਉਹਨਾਂ ਦੇ ਅਹਿਸਾਨਮੰਦੀ ਜਿਹੜੀ ਏ ਉਹ ਮੈਨੂੰ ਲੱਗਦਾ ਵੇ ਕਿ ਸ਼ਾਇਦ ਇਸ ਜ਼ਿੰਦਗੀ 'ਚ ਤਾਂ ਮੈਂ ਉਹ ਦੇ ਹੀ ਨਹੀਂ ਸਕਦਾ। ਸਾਡਾ ਇੱਕ ਪਲਾਟ ਸੀ ਤੇ ਇੱਕ ਕਬਜ਼ਾ ਗਰੁੱਪ ਨੇ ਉਹਦੇ ਤੇ ਕਬਜ਼ਾ ਕਰ ਲਿਆ। ਅਸੀਂ ਹੁਣ ਸਾਰੇ ਭੈਣ ਭਾਈ ਜਿਹੜੇ ਨੇ ਉਹ ਸਕੂਲ ਜਾਣ ਵਾਲੇ, ਪੜ੍ਹਨ ਵਾਲੇ, ਕੋਈ ਕਾਲਜ, ਤੇ ਮਾਹੌਲ ਜਿਹੜਾ ਸਾਡਾ ਕੋਈ ਲੜਾਕਾ ਮਾਹੌਲ ਤਾਂ ਹੈ ਹੀ ਨਹੀਂ ਸੀ ਸਿਰੇ ਤੋਂ ਹੀ। ਇਹ ਸਾਰਾ ਕੁਝ ਵੇਖ ਕੇ ਤੇ ਮੈਂ ਇੰਤਹਾਈ ਪਰੇਸ਼ਾਨ ਹੋਇਆ ਕਿ ਇਹ ਕੀ ਬਣਿਆ। ਮੈਂ ਉਵੇਂ ਹੀ ਦੌੜ ਕੇ ਗਿਆ ਬਾਬਾ ਜੀ ਦੀ ਦੁਕਾਨ ਤੇ ਮੈਂ ਉਹਨਾਂ ਨੂੰ ਕਿਹਾ ਕਿ ਇਸ ਤਰ੍ਹਾਂ ਸਾਡੇ ਪਲਾਟ ਤੇ ਇੱਕ ਪਾਰਟੀ ਨੇ ਕਬਜ਼ਾ ਕਰ ਲਿਆ। ਉਹਨਾਂ ਨੇ ਆਓ ਦੇਖਿਆ ਨਾ ਤਾਓ, ਉਵੇਂ ਉਹਨਾਂ ਕੇ ਚਲਾ ਕੱਲੇ ਮੇਰੇ ਨਾਲ। ਜਿਸ ਵੇਲੇ ਉਹ ਜਿੱਥੇ ਕਬਜ਼ਾ ਉਹਨਾਂ ਨੇ ਕੀਤਾ ਹੋਇਆ ਸੀ, ਉਹ ਮਸੱਲਾ ਬੈਠੇ ਸਨ, ਕੋਈ 10-15 ਅਫਰਾਦ ਸਨ, ਤੇ ਮੈਨੂੰ ਉਹਨਾਂ ਨੇ ਇੱਕ ਫਰਲਾਂਗ ਪਿੱਛੇ ਉਹਨਾਂ ਨੇ ਕਿਹਾ ਹੁਣ ਤੂੰ ਚਲਾ ਜਾ, ਹੁਣ ਮੈਂ ਜਾਣਾ ਤੇ ਮੇਰਾ ਕੰਮ ਜਾਣੇ, ਤੁਹਾਡਾ ਇਹ ਕੰਮ ਹੀ ਨਹੀਂ। ਉਹ ਬਾਬਾ ਜੀ ਨੇ ਉਸ ਕਬਜ਼ਾ ਗਰੁੱਪ ਦੀਆਂ ਛੂਟਾਂ ਲਵਾਈਆਂ, ਔਰ ਰਾਤ ਦੇ 11-12 ਵਜੇ ਉਹਨਾਂ ਨੇ ਮਿਸਤਰੀ ਮੰਗਵਾਇਆ, ਜਿਹੜਾ ਉਹਨਾਂ ਨੇ ਸਾਡਾ ਬੂਹਾ ਢਾਇਆ ਸੀ, ਉਹ ਮਿਸਤਰੀ ਦੇ ਕੋਲੋਂ ਉਹਨਾਂ ਨੇ ਉਹ ਤਾਮੀਰ ਕਰਵਾਇਆ, ਤੇ 1 ਵਜੇ ਤਾਮੀਰ ਕਰਕੇ ਤੇ ਉਹਨਾਂ ਨੇ ਖੁੱਲਾ ਇੱਕ ਡੁੱਲਾ ਐਲਾਨ ਕੀਤਾ ਉਹ ਕਬਜ਼ਾ ਗਰੁੱਪ ਦੇ ਕੋਲ, ਕਿ ਉਹਨਾਂ ਨੇ ਕਿਹਾ ਵੀ ਹੁਣ ਤੁਸੀਂ ਖਿਆਲ ਕਰਨਾ ਹੈ ਕਿ ਹੁਣ ਇਹ ਬੂਹਾ ਅਗਰ ਹਨੇਰੀ ਨਾਲ ਵੀ ਡਿੱਗ ਪਿਆ ਨਾ ਤੇ ਮੈਂ ਤੁਹਾਡੇ ਖਾਨਦਾਨ ਤਬਾਹ ਕਰ ਦਿਆਂਗਾ। ਉਹ ਕਬਜ਼ਾ ਸਾਡਾ ਵਾਗੁਜ਼ਾਰ ਹੋ ਗਿਆ, ਤੇ ਇਸ ਦੇ ਹਵਾਲੇ ਨਾਲ ਉਹਨਾਂ ਨੇ ਇੱਕ ਸਾਨੂੰ ਇਹ ਹਦਾਇਤ ਸੀ ਵੀ ਤੂੰ ਤੇ ਜਾਂ ਤੁਹਾਡੇ ਫੈਮਿਲੀ ਮੈਂਬਰ ਕੋਈ ਵੀ ਉਧਰ ਨਹੀਂ ਆਏਗਾ, ਇਹ ਤੁਹਾਡਾ ਇਸ਼ੂ ਨਹੀਂਗਾ। ਯਾਨੀ ਇਸ ਹੱਦ ਤੱਕ ਉਹ ਦੂਸਰੇ ਦਾ ਦੁੱਖ ਉਹ ਆਪਣੇ ਅੰਦਰ ਪਾਲ ਲੈਂਦੇ, ਆਪਣੇ ਅੰਦਰ ਸਮੋ ਲੈਂਦੇ ਸਨ, ਕਿ ਉਹਨਾਂ ਨੂੰ ਇਸ ਗੱਲ ਦੀ ਤਾਂ ਪਰਵਾਹ ਹੀ ਨਹੀਂ ਹੁੰਦੀ ਸੀ ਕਿ ਮੈਂ ਇਕੱਲਾ ਵਾਂ ਤੇ ਅੱਗੇ 15 ਬੈਠੇ ਨੇ ਤੇ ਉਹ ਵੀ ਮੁਸੱਲਾ ਨੇ। ਤੇ ਲੇਕਿਨ ਉਹਨਾਂ ਨੇ ਇਹ ਕਬਜ਼ਾ ਛੁਡਵਾਇਆ। ਉਹ ਵਾਕਿਆ ਐਸਾ ਮੇਰੇ ਨਕਸ਼ ਹੋਇਆ ਕਿ ਮੈਂ ਫਿਰ ਉਸ ਤੋਂ ਬਾਅਦ ਬਾਬਾ ਜੀ ਤੋਂ ਦੂਰ ਨਹੀਂ ਹੋਇਆ, ਫਿਰ ਮੈਂ ਉਹਨਾਂ ਦੇ ਲੜ ਲੱਗ ਗਿਆ। ਅੱਛਾ, ਸ਼ਾਇਰ ਜਿਹੜੇ ਨੇ ਉਹ ਵਾਕਈ ਜਲਾਲੀ ਵੀ ਹੁੰਦੇ ਨੇ ਤੇ ਬੜੇ ਨਰਮ ਮਿਜ਼ਾਜ ਵੀ ਹੁੰਦੇ ਨੇ, ਗੁਦਾਜ਼ ਵੀ ਹੁੰਦਾ ਉਹਨਾਂ ਦੇ ਅੰਦਰ। ਤੇ ਉਸਤਾਦ ਜੀ ਤਜਮਲ ਕਲੀਮ ਦਾ ਜਿਹੜਾ ਮਿਜ਼ਾਜ ਸੀ ਉਹ ਤਰ੍ਹਾਂ ਵੱਖਰਾ ਹੀ ਸੀ, ਜਿਸ ਤਰ੍ਹਾਂ ਤੁਸੀਂ ਪਹਿਲੇ ਦੱਸਿਆ ਹੈ ਕਿ ਬੜੇ ਸੰਜੀਦਾ ਸਨ ਤੇ ਥਾਟਫੁਲ ਜਿਹੜਾ ਪ੍ਰੋਸੈਸ ਰਿਹਾ ਸਾਰੀ ਜ਼ਿੰਦਗੀ ਉਹਨਾਂ ਦਾ। ਤੇ ਉਹਨਾਂ ਨੇ ਇੱਕ ਇੰਟਰਵਿਊ ਜਿਹੜਾ ਕਿਹਾ ਸੀ ਕਿ ਮੈਂ ਮੁਨੀਰ ਨਿਆਜ਼ੀ ਦੇ ਉਸ ਯਾਨੀ ਫਿਕਰੇ ਤੋਂ ਕਿ ਪੰਜਾਬੀ ਜ਼ੁਬਾਨ ਹੀ ਐਸੀ ਨਹੀਂ ਜਿੰਦੇ ਤੇ ਜਦੀਦ ਗਜ਼ਲ ਕਹੀ ਜਾ ਸਕੇ, ਤੇ ਆਪਣੀਆਂ ਜਿਹੜੀਆਂ ਉਰਦੂ ਗਜ਼ਲਾਂ ਜਿਹੜੀਆਂ ਉਹਨਾਂ 150 ਤੋਂ ਜ਼ਿਆਦਾ ਲਿਖੀਆਂ ਹੋਈਆਂ ਸੀ, ਉਹਨਾਂ ਨੇ ਕਿਹਾ ਵੀ ਮੈਂ ਜਾ ਕੇ ਨਹਿਰਾਂ ਸਿੱਟਤੀਆਂ ਨੇ ਜਿਹੜੀਆਂ ਪਤੋ ਕੀ ਚੂਣੀਆਂ ਰੋਡ ਤੇ ਨੇ। ਤੇ ਮੈਂ ਤਾਂ ਯਕੀਨ ਕਰ ਲਿਆ ਹੈ, ਮੈਂ ਕਿਹਾ ਵੀ ਵਾਕਈ, ਔਰ ਉਹਨਾਂ ਨੂੰ ਮੈਂ ਪੁੱਛਿਆ ਵੀ ਸੀ ਕਿ ਵਾਕਈ ਤੁਸੀਂ ਜ਼ਾਇਆ ਕਰਤੀਆਂ ਨੇ ਜਾਂ ਸੁੱਟ ਛੱਡੀਆਂ ਨੇ, ਤਾਂ ਉਹਨਾਂ ਕਿਹਾ ਬਿਲਕੁਲ। ਤੇ ਤੁਸੀਂ ਇਹ ਦੱਸੋ ਵੀ ਉਹਨਾਂ ਨੇ ਜਿਹੜਾ ਇਹ ਕੰਮ ਕੀਤਾ ਸੀ ਤੁਹਾਡੀ ਨਜ਼ਰ 'ਚ ਉਹ ਠੀਕ ਕੀਤਾ ਸੀ? ਮੇਰੀ ਕੀ ਮਜਾਲ ਕਿ ਮੈਂ ਕਹਾਂ ਵੀ ਉਹਨਾਂ ਨੇ ਗਲਤ ਕੀਤਾ ਸੀ, ਲੇਕਿਨ ਜਿਹੜਾ ਮੇਰਾ ਖਿਆਲ ਇਹ ਵੇ ਕਿ ਉਹਨਾਂ ਨੇ ਇੱਕ ਨਾ ਤਮਸੀਲੀ ਅੰਦਾਜ਼ ਨਾਲ ਇਹ ਗੱਲ ਕੀਤੀ ਕਿ ਉਹ ਜਿਸ ਤਰ੍ਹਾਂ ਕਹਿੰਦਾ ਨਾ ਬੰਦਾ ਪੰਜਾਬੀ 'ਚ, ਮੈਂ ਉਹ ਖੂਹ 'ਚ ਸਿੱਟਦਾ। ਮਤਲਬ ਇਹ ਵੇ ਕਿ ਜਦੋਂ ਉਹ ਪੰਜਾਬੀ ਵੱਲ ਆਏ ਨੇ ਉਰਦੂ ਤੋਂ ਬਾਅਦ, ਉਹਨਾਂ ਨੇ ਫਿਰ ਉਰਦੂ ਵੱਲ ਫਿਰ ਮੁੜ ਕੇ ਵੇਖਿਆ ਨਹੀਂਗਾ।
ਉਹਨਾਂ ਦਾ ਕਲਾਮ ਉਹ ਕਿਤੇ ਨਾ ਕਿਤੇ ਅੱਜ ਵੀ ਜ਼ਰੂਰ ਮੌਜੂਦ ਹੋਏਗਾ। ਉਹ ਕਿੱਥੇ ਹੋਏਗਾ? ਇਹ ਉਹਨਾਂ ਦੇ ਬਾਬਾ ਜੀ ਦੇ ਘਰ ਵਾਲੇ ਯਕੀਨਨ ਉਹਨਾਂ ਦੇ ਕਸਟਡੀ 'ਚ ਹੋਏਗਾ। ਉਹ ਮੇਰਾ ਨਹੀਂ ਖਿਆਲ ਕਿ ਉਹ ਐਗਜ਼ੈਕਟਲੀ ਇੰਜ ਜਿਸ ਤਰ੍ਹਾਂ ਸਮਝਿਆ ਜਾ ਰਿਹਾ ਵੇ ਕਿ ਉਹਨਾਂ ਨੇ ਨਹਿਰਾਂ 'ਚ ਸੁੱਟਤਾ, ਐਗਜ਼ੈਕਟਲੀ ਨਹੀਂ ਸੁੱਟਿਆ ਹੋਣਾ, ਤਮਸੀਲੀ ਰੰਗ ਨਾਲ ਉਹਨਾਂ ਨੇ ਇਹ ਗੱਲ ਕੀਤੀ ਹੋਣੀ ਹੈ। ਇਹ ਮੇਰਾ ਤਾਂ ਖਿਆਲ ਹੈ ਸ਼ਾਹ ਜੀ ਇੰਝ ਹੀ ਹੈ। ਤੇ ਉਹ ਕਿਉਂਕਿ ਮੈਂ ਵੀ ਉਦੋਂ ਸ਼ਾਇਦ ਇਕੱਠੇ ਹੀ ਅਸੀਂ, ਫਿਰ ਮੈਂ ਵੀ ਪੰਜਾਬੀ ਵੱਲ ਮੁਹਾਰਾਂ ਜਿਹੜੀਆਂ ਮੇਰੀਆਂ ਵੀ 91-92 ਦੇ ਵਿੱਚ ਮੁੜੀਆਂ। ਉਦੋਂ ਤੱਕ ਮੈਂ ਵੀ ਯੂਨੀਵਰਸਿਟੀ ਦੇ ਵਿੱਚ ਪੜ੍ਹਦਾ ਰਿਹਾ ਵਾਂ ਔਰ ਮੇਰੀਆਂ ਵੀ ਉਰਦੂ ਦਾ ਕਾਫੀ ਸਾਰਾ ਕਲਾਮ ਸੀ ਔਰ ਮੈਨੂੰ ਵੀ ਅੱਜ ਯਾਦ ਨਹੀਂ ਗਾ ਵੀ ਉਹ ਕਿੱਥੇ ਵੇ। ਉਹ ਮੇਰੇ ਖਿਆਲ ਦੇ ਮੁਤਾਬਕ ਮੇਰਾ ਵੀ ਉਹ ਗਿਆ ਰੁੜ ਗਿਆ ਪਾਣੀ ਨਹਿਰਾਂ 'ਚ। ਤੇ ਉਹ ਇਸ ਤਰ੍ਹਾਂ ਦੀ ਸੂਰਤ ਹਾਲ ਹੈ। ਅਦਰਵਾਈਜ਼ ਉਹਨਾਂ ਨੇ ਉਰਦੂ ਦੇ ਵਿੱਚ ਵੀ ਜੋ ਉਹਨਾਂ ਦੀ ਸੁਭਾਨ ਅੱਲਾ, ਉਹਨਾਂ ਦੇ ਸ਼ੇਰ ਮੈਨੂੰ ਇੱਕ ਦੋ ਮੈਨੂੰ शाह जी अगर इजाजत दो तो उन्होंने उर्दू दे विच भी क्या नज़ारा तेरी गली में था, दिल हमारा तेरी गली में था, ईद का चांद देखने के लिए शहर सारा तेरी गली में था। ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡੀ ਜਿਹੜੀ ਪੰਜਾਬੀ ਸ਼ਾਇਰੀ ਹੈ ਉਹਦੇ 'ਚ ਸ਼ੇਰਾਂ 'ਚ ਗਜ਼ਲਾਂ 'ਚ ਉਸਤਾਦ ਤਜਮਲ ਕਰੀਮ ਦੀ ਫਿਕਰ ਦਾ ਜਿਹੜਾ ਰੰਗ ਹੈ ਉਹ ਵੀ ਨਜ਼ਰ ਆਉਂਦਾ? ਤੁਹਾਡਾ ਕੀ ਖਿਆਲ? ਮੇਰੀ ਸਾਰੀ ਜ਼ਿੰਦਗੀ ਤੇ ਉਸਤਾਦ ਬਾਬਾ ਜੀ ਤਜਮਲ ਕਲੀਮ ਦਾ ਪੂਰੀ ਜ਼ਿੰਦਗੀ ਤੇ ਇੰਪੈਕਟ ਹੈ। ਮੈਂ ਜਦੋਂ ਅਜੇ ਇਸ ਦੁਨੀਆ ਦੇ ਜਵਾਨੀ ਅਜੇ ਚੜ੍ਹਦਾ ਪਿਆ ਸਾਂ, ਜਦੋਂ ਕਲੀਮ ਸਾਹਿਬ ਨਾਲ ਮੇਰੀ ਇੰਟਰੈਕਸ਼ਨ ਹੋਈ ਤੇ ਫਿਰ ਤੁਸੀਂ ਇਹ ਕਹਿ ਸਕਦੇ ਹੋ ਕਿ ਮੇਰੀ ਤਰਬੀਅਤ ਦੇ ਵਿੱਚ ਉਹਨਾਂ ਦਾ ਬਹੁਤ ਹਿੱਸਾ ਵੇ। ਜਿੱਥੇ ਮੈਨੂੰ ਗਾਈਡੈਂਸ ਦੀ ਲੋੜ ਪਈ, ਜਿੱਥੇ ਮੈਂ ਡੋਲਣ ਮਤਲਬ ਮੈਨੂੰ ਡੋਲਣ ਦਿੱਤਾ ਹੀ ਨਹੀਂ ਗਿਆ, ਜਿੱਥੇ ਮੈਂ ਜ਼ਰਾ ਕੁਝ ਡੋਲਿਆ ਵਾਂ ਉਹ ਸ਼ਾਇਰੀ ਦੇ ਵਿੱਚ ਜਾਂ ਅਮਲੀ ਜ਼ਿੰਦਗੀ ਦੇ ਵਿੱਚ ਵੀ ਈਵਨ ਉਹਨਾਂ ਨੇ ਮੈਨੂੰ ਕਿਤੇ ਡੋਲਣ ਨਹੀਂ ਦਿੱਤਾ। ਉਹਨਾਂ ਨੇ ਆਪਣੇ ਮੇਰੇ ਆਈਡੀਆਜ਼, ਕਿਉਂਕਿ ਮੈਂ ਸਮਝਦਾ ਵਾਂ ਕਿ ਅੱਲਾ ਸੋਹਣੇ ਦੀ ਮਾਰਫਤ ਜਿੰਨੀ ਤਜਮਲ ਕਲੀਮ ਸਾਹਿਬ ਨੂੰ ਸੀ, ਬਹੁਤ ਹਜ਼ਾਰਾਂ ਲੱਖਾਂ ਕਰੋੜਾਂ ਦੇ ਵਿੱਚੋਂ ਕੁਝ ਚੰਦ ਖੁਸ਼ ਨਸੀਬ ਹੁੰਦੇ ਨੇ ਜਿਨ੍ਹਾਂ ਨੂੰ ਅੱਲਾ ਦੀ ਇੰਨੀ ਮਾਰਫਤ ਨਸੀਬ ਹੁੰਦੀ ਹੈ। ਤੇ ਉਹਨਾਂ ਦੇ ਕੋਲ ਇੰਨਾ ਇਲਮ ਸੀ ਕਿ ਉਹ ਸਾਰੀ ਜ਼ਿੰਦਗੀ ਵੰਡਦੇ ਰਹੇ ਨੇ ਆਪਣਾ ਇਲਮ। ਇੰਜ ਵੰਡਿਆ ਉਹਨਾਂ ਨੇ, ਲੇਕਿਨ ਜਿਵੇਂ ਜਿਵੇਂ ਇਲਮ ਉਹ ਵੰਡਦੇ ਰਹੇ ਨੇ ਉਹ ਲੱਗਦਾ ਸੀ ਕਿ ਇਹ ਤਾਂ ਸਮੁੰਦਰ ਹੀ ਹੈ ਪਿੱਛੇ, ਇਹ ਤਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਕੋਈ ਕਤਰਾ ਹੀ ਇਹਨਾਂ ਨੇ ਬਾਹਰ ਸੁੱਟਿਆ ਜੇ, ਇਸ ਹੱਦ ਤੱਕ। ਤੇ ਉਹ ਕਿਉਂਕਿ ਮੇਰੀ ਤਰਬੀਅਤ ਦੇ ਵਿੱਚ, ਅਮਲੀ ਤਰਬੀਅਤ ਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਅਮਲ ਦਖਲ ਹੈ। ਤੇ ਸ਼ਾਇਰੀ ਦੇ ਸਫ਼ਰ ਦੇ ਵਿੱਚ ਵੀ ਜਿੱਥੇ ਮੇਰੀ ਆਈਡੀਓਲੋਜੀ ਟਕਰਾਈ ਹੈ, ਉਹਨਾਂ ਨੇ ਮੈਨੂੰ ਉੱਥੇ ਪਟੜੀ ਤੇ ਚੜਾਇਆ ਵੇ। ਇੱਕ ਸਿੱਧੀ ਮੈਂ ਗੱਲ ਕਰਾਂਗਾ ਕਿ ਬਾਬਾ ਜੀ ਕਲੀਮ ਉਹਨਾਂ ਦੇ ਨਜ਼ਦੀਕ ਦੋ ਹੀ ਰੰਗ ਸਨ, ਇੱਕ ਕਾਲਾ ਇੱਕ ਸਫੇਦ। ਜਾਂ ਕੋਈ ਚੀਜ਼ ਹੈ ਜਾਂ ਨਹੀਂ ਹੈ। ਮੇਰੀ ਜ਼ਿੰਦਗੀ ਜਿਹੜੀ ਹੈ ਉਹ ਸਾਰੀ ਗ੍ਰੇ ਏਰੀਆ ਦੇ ਵਿੱਚ ਗੁਜ਼ਰੀ ਹੋਈ ਹੈ। ਔਰ ਜਿਸ ਤਰ੍ਹਾਂ ਕਿ ਆਮ ਤੌਰ ਤੇ ਮੋਸਟਲੀ ਸ਼ਾਇਰਾਂ ਦੀ ਜ਼ਿੰਦਗੀ ਗ੍ਰੇ ਏਰੀਆ ਦੇ ਵਿੱਚ ਹੀ ਰਹਿੰਦੀ ਹੈ। ਉਹ ਚੂੰਕਿ ਇੰਤਹਾ ਉਹਨਾਂ ਦੇ ਹੈ ਸੀ, ਮਤਲਬ ਮਜ਼ਾਜ ਦੇ ਵਿੱਚ, ਜਿਸ ਤਰ੍ਹਾਂ ਉਹ ਕਹਿੰਦੇ ਨੇ ਸ਼ੇਰ ਕਿ ਨੀਤਿਆ ਤਖਤਾ ਤੇ ਮੇਰੇ ਤਖਤ ਪੈਰੀ ਪੈ ਗਿਆ, ਸਿਰ ਜ਼ਰਾ ਚਾਇਆ ਤੇ ਆ ਕੇ ਬਖਤ ਪੈਰੀ ਪੈ ਗਿਆ। ਇਹ ਗੱਲਾਂ ਜਿਹੜੀਆਂ ਨੇ ਉਹ ਕਲੀਮ ਸਾਹਿਬ ਹੀ ਕਰ ਸਕਦੇ ਨੇ। ਕੋਈ ਗ੍ਰੇ ਏਰੀਆ ਵਿੱਚ ਰਹਿਣ ਵਾਲਾ ਬੰਦਾ ਇਹੋ ਜਿਹੀ ਗੱਲ ਨਹੀਂ ਕਰ ਸਕਦਾ। ਲੇਕਿਨ ਗ੍ਰੇ ਏਰੀਏ ਦੇ ਵਿੱਚ ਰਹਿਣ ਵਾਲੇ ਬੰਦੇ ਨੂੰ ਇੱਕ ਐਡਵਾਂਟੇਜ ਜ਼ਰੂਰ ਹੁੰਦਾ ਵੇ ਕਿ ਉਹਨੂੰ ਅੱਲਾਹ ਪਾਕ ਤੌਫੀਕ ਦੇਵੇ
ਤੇ ਕੋਈ ਉਸਤਾਦ ਕਾਮਲ ਮਿਲੇ ਤੇ ਉਹ ਕਦੀ ਕਦੀ ਉਹ ਵਾਈਟ ਏਰੀਆ ਦੇ ਵਿੱਚ ਵੀ ਵੱਜ ਜਾਂਦਾ ਵੇ, ਉਹ ਬਲੈਕ ਏਰੀਆ ਦੇ ਵਿੱਚ ਵੀ ਵੱਜ ਜਾਂਦਾ ਵੇ, ਈਵਨ ਉਹ ਜ਼ਿਆਦਾਤਰ ਭਾਵੇਂ ਗ੍ਰੇ ਏਰੀਆ ਦੇ ਵਿੱਚ ਵੀ ਰਵੇ, ਲੇਕਿਨ ਉਹ ਲਜ਼ਤਾਂ, ਉਹਨਾਂ ਦੀ ਅਹਿਮੀਅਤ ਗ੍ਰੇ, ਬਲੈਕ ਔਰ ਵਾਈਟ ਦੀ ਉਹਦੇ ਅੰਦਰ ਉਹ ਹੁੰਦੀ ਹੈ। ਜ਼ਬਰਦਸਤ। ਤੇ ਕਲੀਮ ਸਾਹਿਬ ਨੇ ਇੱਕ ਕਦਮ ਕਦਮ ਤੋਂ ਚਲਾਣਾ ਸ਼ੁਰੂ ਕੀਤਾ ਵੇ ਮੈਨੂੰ, ਤੇ ਫਿਰ ਇੱਕ ਵਕਤ ਐਸਾ ਆਇਆ, ਬਾਬਾ ਜੀ ਦੀ ਵਫਾਤ ਤੋਂ 2-3 ਮਹੀਨੇ ਪਹਿਲੇ ਦੀ ਗੱਲ ਹੈ ਕਿ ਮੈਂ ਉਹਨਾਂ ਨੂੰ ਜਦੋਂ ਇੱਕ ਗਜ਼ਲ ਸੁਣਾਈ, ਸ਼ੇਰ ਜਦੋਂ ਮੈਂ ਇਹ ਸੁਣਾਇਆ ਤੇ ਉਹਨਾਂ ਨੇ ਇਹ ਗੱਲ ਕੀਤੀ ਕਿ ਹਾਂ ਰਜ਼ਾ ਹਸਨ, ਇਹ ਚੀਜ਼ ਮੈਂ ਪਿਛਲੇ 25-30 ਸਾਲ ਤੋਂ ਚਾਹੁੰਦਾ ਪਿਆ ਸਾਂ ਕਿ ਤੇਰੇ 'ਚ ਆ ਜਾਵੇ, ਤੇ ਮੈਂ ਅੱਜ ਬੜਾ ਖੁਸ਼ ਹਾਂ ਇਹ ਤੇਰੇ 'ਚ ਆ ਗਈ ਹੈ। ਉਹ ਸ਼ੇਰ ਸੀ, ਮਤਲਬ ਉਹਦਾ ਇਸ ਤਰ੍ਹਾਂ ਕਰਕੇ ਸੀ ਕਿ ਹੋ ਸਕਦਾ ਏ, ਹੋ ਨਹੀਂ ਸਕਦਾ, ਇੱਕ ਥਾਂ ਚੰਨ ਖਲੋ ਨਹੀਂ ਸਕਦਾ। ਹੋ ਸਕਦਾ ਏ, ਹੋ ਨਹੀਂ ਸਕਦਾ, ਇੱਕ ਥਾਂ ਚੰਨ ਖਲੋ ਨਹੀਂ ਸਕਦਾ, ਤੇ ਆਪ ਨਾ ਭਾਰਾ ਪੈਂਦਾ ਹੋਵਾਂ, ਪਾਣੀ ਕੱਖ ਡਬੋ ਨਹੀਂ ਸਕਦਾ। ਇਹ ਜਦੋਂ ਮੈਂ ਬਾਬਾ ਜੀ ਨੂੰ ਸੁਣਾਇਆ ਤੇ ਉਹਨਾਂ ਨੇ ਕਿਹਾ ਵੀ ਸ਼ੇਰ ਐਸਾ ਹੋਣਾ ਚਾਹੀਦਾ ਜਿਹੜਾ ਅਗਲੇ ਬੰਦੇ ਨੂੰ ਡਾਂਗ ਤਰ੍ਹਾਂ ਵੱਜੇ। ਵਾਹ, ਕਮਾਲ ਹੈ, ਕਮਾਲ। ਆਪਣੀ ਸ਼ਾਇਰੀ ਦੇ ਹਵਾਲੇ ਨਾਲ ਉਹਨਾਂ ਦਾ ਮੇਰੇ ਤੇ ਰੰਗ ਆ ਜਾਣਾ ਕੋਈ ਅਨੋਖੀ ਗੱਲ ਨਹੀਂ ਗੀ। ਮੈਂ ਸ਼ਾਹ ਜੀ ਤੁਹਾਡੇ ਤਵਸਤ ਨਾਲ ਮੈਨੂੰ ਯਾਦ ਆ ਗਿਆ ਕਿ ਬਾਬਾ ਜੀ ਕਲੀਮ ਸਾਹਿਬ ਦੀ, ਕਿਉਂਕਿ ਅੱਜ ਜ਼ਿਕਰ ਉਹਨਾਂ ਦਾ ਹੋ ਰਿਹਾ ਵੇ, ਤੇ ਉਹਨਾਂ ਦੇ ਹਵਾਲੇ ਨਾਲ ਮਨਜ਼ੂਮ ਮੈਂ ਕੁਝ ਕਿਹਾ ਪਿੱਛੇ ਜਿਹਾ, ਉਹ ਮੈਂ ਪੇਸ਼ ਕਰਦਾ। ਬਤਾ ਕਰੋ ਜਨਾਬ, ਬਤਾ ਕਰੋ, ਇਰਸ਼ਾਦ। ਦੁਨੀਆ ਤੇ ਬੜੀ ਬਲ ਬਲ ਸੀ ਕਲੀਮ ਦੀ, ਚੜੀ ਅਸਮਾਨਾਂ ਉੱਤੇ ਵੱਲ ਸੀ ਕਲੀਮ ਦੀ, ਤੇ ਹੀਰ ਜਿਹੀਆਂ ਗਜ਼ਲਾਂ ਜ਼ਮੀਨ ਵਿੱਚੋਂ ਫੁੱਟੀਆਂ, ਹੋਏ ਸੀ ਪੰਜਾਬ ਦੀ ਤੇ ਹੱਲ ਸੀ ਕਲੀਮ ਦੀ। ਹੀਰ ਜਿਹੀਆਂ ਗਜ਼ਲਾਂ ਜ਼ਮੀਨ ਵਿੱਚੋਂ ਫੁੱਟੀਆਂ, ਹੋਏ ਸੀ ਪੰਜਾਬ ਦੀ ਤੇ ਹੱਲ ਸੀ ਕਲੀਮ ਦੀ, ਤੇ ਦੱਸ ਗਿਆ ਕਿਵੇਂ ਕੋਈ ਚੀਕਦਾ ਏ ਮੰਜ਼ਰ, ਦੱਸ ਗਿਆ ਕਿਵੇਂ ਕੋਈ ਚੀਕਦਾ ਏ ਮੰਜ਼ਰ, ਰੱਬ ਨਾਲ ਖੁੱਲੀ ਡੁੱਲੀ ਗੱਲ ਸੀ ਕਲੀਮ ਦੀ, ਰੱਬ ਨਾਲ ਖੁੱਲੀ ਡੁੱਲੀ ਗੱਲ ਸੀ ਕਲੀਮ ਦੀ, ਤੇ ਲੂ ਕੰਡੇ ਖੜੇ ਕਰ ਸਕਿਆ ਨਾ ਮਰਨਾ, ਲੂ ਕੰਡੇ ਖੜੇ ਕਰ ਸਕਿਆ ਨਾ ਮਰਨਾ, ਲੰਘਿਆ ਨਾ ਡਰ ਜਿੱਥੋਂ ਖਲ ਸੀ ਕਲੀਮ ਦੀ। ਤੇ ਮਿਸਰੇ ਨੂੰ ਅੱਗੋਂ ਰਜ਼ਾ ਕਿੰਨੇ ਸੀ ਉਠਾਵਣਾ, ਛਾਲ ਸੀ ਕਲੀਮ ਦੀ ਨਾ ਛਲ ਸੀ ਕਲੀਮ ਦੀ।